ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਪਵਿੱਤਰ ਗੋਦ ਵਿੱਚ ਇਕੱਤਰ ਹੋ ਕੇ ਸਮੂਹ ਹੀ ਸੰਗਤਾਂ ਮਹਾਨ ਤਤਵੇ ਤੇ ਮਹਾਤਮਾ ਬ੍ਰਹਮ ਦੀ ਅਵਸਥਾ ਨੂੰ ਪ੍ਰਾਪਤ ਸੰਤ ਸਿਪਾਹੀ ਦੀ ਉੱਤਮ ਅਵਧੀ ਨੂੰ ਪ੍ਰਾਪਤ ਸ਼ਹਾਦਤ ਦਾ ਰੁਤਬਾ ਰੱਖਣ ਵਾਲੇ ਬਾਬਾ ਦੀਪ ਸਿੰਘ ਜੀ ਪਹਿਲੇ ਮੁਖੀ ਦਮਦਮੀ ਟਕਸਾਲ, ਪਹਿਲੇ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ, ਜਿਨ੍ਹਾਂ ਦਾ ਮਹਾਨ ਦਿਹਾੜਾ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਜੀ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਮਨਾਉਂਦੇ ਨੇ। ਵੇਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਨ੍ਹਾਂ ਤੇ ਅਪਾਰ ਬਖਸ਼ਿਸ਼ ਹੋਵੇ, ਉਹਨਾਂ ਨੂੰ ਇਸ ਮਹਾਨ ਅਵਧੀ ਦੇ ਨਾਲ ਨਵਾਜਿਆ ਜਾਂਦਾ। ਇੱਕ ਤੇ ਸੰਤ ਵੀ ਪੂਰੇ ਨੇ, ਦੂਸਰਾ ਸ਼ਹੀਦੀ ਦਾ ਰੁਤਬਾ ਉਹਨਾਂ ਦੇ ਪਾਸ ਹੈ, ਜਿਸ ਰੁਤਬੇ ਦੇ ਅੱਗੇ ਕੁੱਲ ਕਾਇਨਾਤ ਝੁਕਦੀ ਹੈ। ਜਿੰਨਾ ਚਿਰ ਬੰਦਾ ਮਨ ਨਹੀਂ ਜਿੱਤਦਾ, ਮਾਲਾ ਨਹੀਂ ਫੇਰਦਾ, ਮੌਤ ਦਾ ਭੈ ਨਹੀਂ ਖਤਮ ਹੁੰਦਾ। ਸ਼ਹੀਦੀ ਤੋਂ ਪਹਿਲਾਂ ਸੰਤ ਵਾਲੀ ਉਪਾਧੀ ਤੇ ਨਹੀਂ ਨਾ ਪਹੁੰਚਦਾ। ਸਿੱਧਾ ਜਿਹਾ ਬਾਣੀ ਨੇ ਲਿਖਿਆ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਜਿਨੇ ਜਪਜੀ ਨਹੀਂ ਪੜ੍ਹੀ, ਜਿਨੇ ਜਾਪ ਸਾਹਿਬ ਨਹੀਂ ਪੜ੍ਹਿਆ, ਜਿਨੇ ਖੰਡੇ ਦਾ ਅੰਮ੍ਰਿਤ ਨਹੀਂ ਛਕਿਆ, ਉਹ 1.25 ਲੱਖ ਦੇ ਸਾਹਮਣੇ ਲੱਤਾਂ ਹੀ ਉਹਦੀਆਂ ਕੰਬਣ ਗਈਆਂ, ਮੁਕਾਬਲਾ ਤੇ ਕਰਨ ਨਹੀਂ ਲੱਗਾ। ਮਹਾਰਾਜ ਕਹਿੰਦੇ ਨੇ, ਜਿਹੜਾ ਰੰਗਿਆ ਗਿਆ ਪਹਿਲਾਂ ਬਾਣੀ ਵਿੱਚ ਰੰਗਿਆ ਜਾਵੇ, ਬਾਣੀ ਵਿੱਚ ਰੰਗੇ ਹੋਏ ਦਾ ਮੌਤ ਤੋਂ ਭੈ ਖਤਮ ਹੋ ਜਾਂਦਾ, ਉਹ ਸੂਰਾ ਬਣਦਾ, ਸੂਰਮਾ ਬਣਦਾ। ਸੰਤ ਜਰਨੈਲ ਸਿੰਘ ਦੀ ਹਸਤੀ ਕਿੱਦਾਂ ਬਣੀ ਹੈ ਆਪਾਂ ਜਾਣਦੇ ਹਾਂ ਵੀ 101 ਜਪਜੀ ਦਾ ਪਾਠ ਪੜਿਆ, ਸੰਤ ਦੀ ਉਪਾਧੀ ਤੇ ਪਹੁੰਚੇ ਤੇ ਤਕਰੀਬਨ 1.5 ਲੱਖ ਇਸ ਗੌਰਮੈਂਟ ਦੀ ਆਰਮੀ ਹੈ ਜਿਹੜੀ ਉਹਦੇ ਇਰਦ ਗਿਰਦ ਘੇਰਾ ਪਾ ਕੇ ਖਲੋਤੀ ਹੈ। 250-300 ਸਿੰਘ ਦੇ ਨਾਲ ਇੰਨਿਆਂ ਦਾ ਮੁਕਾਬਲਾ ਜਪਜੀ ਪੜਨ ਵਾਲਾ ਕਰ ਸਕਦਾ, ਦੂਜੇ ਦੀਆਂ ਲੱਤਾਂ ਕੰਬਣਗੀਆਂ। ਦੋ ਪੱਖ ਚੱਲਦੇ ਨੇ, ਤੇਗ ਵੀ ਚਾਹੀਦੀ ਹੈ, ਦੇਗ ਵੀ ਚਾਹੀਦੀ ਹੈ। ਪੰਜਵੇਂ ਪਾਤਸ਼ਾਹ ਤੱਕ ਅਸੀਂ ਦੇਗ ਵੱਲ, ਮਾਲਾ ਵੱਲ ਹੀ ਖਿਆਲ ਰੱਖਿਆ, ਪਰ ਸਾਡੀ ਮਾਲਾ ਨੂੰ ਹੱਥ ਪੈਣ ਲੱਗ ਪਿਆ। ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਕਾਇਮ ਕਰ ਦਿੱਤੀ ਵੀ ਨਿਰਾ ਦੇਗ ਨਾਲ ਕੰਮ ਨਹੀਂ ਚੱਲਣਾ, ਨਿਰਾ ਮਾਲਾ ਨਾਲ ਕੰਮ ਨਹੀਂ ਚੱਲਣਾ। ਜਿੰਨਾ ਚਿਰ ਸਿੱਖੋ ਹੱਥ ਵਿੱਚ ਤੇਗ ਨਹੀਂ ਫੜਦੇ ਉਹਨਾਂ ਚਿਰ ਗੱਲ ਨਹੀਂ ਬਣਨੀ। ਕਵੀ ਲਿਖਦੇ ਨੇ, ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ। ਖੰਡੇ ਦਾ ਅੰਮ੍ਰਿਤ, ਸਿੱਖਾਂ ਦਾ ਬਾਣਾ ਅਤੇ ਬਾਣੀ, ਜਿੰਨਾ ਚਿਰ ਇਹ ਦੋ ਤੱਥ ਨਹੀਂ ਆਪਣੇ ਕੋਲ, ਉਹਨਾਂ ਚਿਰ ਸੰਤ ਦੀ ਉਪਾਧੀ, ਸ਼ਹਾਦਤ ਦਾ ਰੁਤਬਾ ਨਹੀਂ ਮਿਲ ਸਕਦਾ। ਜਿੰਨਾ ਚਿਰ ਮਾਲਾ ਦਾ ਧਨੀ ਨਹੀਂ ਹੁੰਦਾ, ਜਿੰਨਾ ਚਿਰ ਦੇਗ ਦਾ ਧਨੀ ਨਹੀਂ ਹੁੰਦਾ, ਤੇਗ ਵਾਹੁਣ ਦਾ ਇਹ ਹੱਕਦਾਰ ਨਹੀਂ ਬਣ ਸਕਦਾ। ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਿਓ। ਮਹਾਪੁਰਸ਼ ਬਾਬਾ ਦੀਪ ਸਿੰਘ ਜੀ ਪਹਿਲਾਂ ਕਲਗੀਧਰ ਦੇ ਪਾਸੋਂ ਕਥਾ ਸੁਣਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਹੈ, ਹਰ ਕਥਾ ਸੁਣ ਹੈ ਸੇ ਧਨਵੰਤ ਦਿਸ ਹੈ ਜੁਗ ਮਾਹੀ। ਜਿਨ੍ਹਾਂ ਕਥਾ ਸੁਣ ਕੇ ਹਿਰਦੇ ਵਿੱਚ ਵਸਾਈ ਬੜੇ ਵੱਡੇ ਧਨਵਾਨ ਬਣ ਗਏ। ਉਹਨਾਂ ਦੇ ਕੋਲ ਬ੍ਰਹਮ ਦੀ ਅਵਸਥਾ ਆ ਗਈ। ਤਿੰਨ ਕੋ ਸਭ ਨਿਵ ਹੈ, ਉਹਨਾਂ ਦੇ ਅੱਗੇ ਰਹਿੰਦੀ ਦੁਨੀਆ ਤੱਕ ਇਹ ਦੁਨੀਆ ਨਿਵੇਗੀ। ਅਨ ਦਿਨ ਪੂਜ ਕਰਾਹੀ, ਜਿਨ੍ਹਾਂ ਨੇ ਕਥਾ ਸੁਣੀ, ਮਾਲਾ ਫੇਰੀ, ਉਹਨਾਂ ਦੇ ਅੱਗੇ ਦੁਨੀਆ ਝੁਕਣ ਲੱਗ ਪਈ। ਪਹਿਲਾਂ ਤੇ ਉਹਨੇ ਕਥਾ ਸੁਣੀ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਕੋਲੋਂ, ਔਰ ਉਹ ਕਥਾ ਸੁਣ ਕੇ ਬ੍ਰਹਮ ਦੀ ਅਵਸਥਾ ਪ੍ਰਾਪਤ ਹੋ ਗਈ। ਹੁਣ ਕਈ ਵਾਰ ਇਹ ਸ਼ੰਕਾ ਪੈਦਾ ਹੋ ਜਾਂਦਾ ਵੀ ਜੇ ਉਹ ਸਾਧ ਬਣ ਗਏ ਤੇ ਲੜਨ ਦੀ ਕੀ ਲੋੜ ਹੈ। ਕਲਗੀਧਰ ਆਨੰਦਗੜ੍ਹ ਦੇ ਕਿਲੇ ਵਿੱਚ ਘੇਰੇ ਗਏ ਨੇ, ਝੂਠੀਆਂ ਕਸਮਾਂ ਵੀ ਖਾ ਰਹੇ ਨੇ, ਪਰ ਮਹਾਰਾਜ ਭਰੋਸਾ ਨਹੀਂ ਕਰਦੇ ਮੁਗਲਾਂ ਤੇ, 22 ਧਾਰੀਆਂ ਤੇ।
एक सिख वडियाई करे ते तुसी कहना भी अपने भांडे सलाउंदा। दुनिया का महान विद्वान और बड़े ही कट्टर धर्म विचों मुसलमान धर्म विचों अल्लाह यार खां कलगीधर दे बारे जदों कलम चुकदा उन्होंने समझ नहीं आउंदी भी की लिखा मैं। गवांडी दी प्रशंसा करनी बड़ी औखी हुंदी जे, अपनिआं नूं सलाउणा बड़ा सौखा है। अल्लाह यार खां लिखदा है, उन्हें सवाल किया तू गुरु नानक दा जानशीन है, तेनू डांग दी की लोड़ है? तू संत है, तू बंदगी वाला है, तू पीर है, फकीर है, तेनू इस तलवार दी की लोड़ है? उथे उन्हें एक जिक्र किया, दुनिया के हम तो दीन के तुम पातशाह हो। औरंगजेब वालों जिक्र करते ने, उन्हें आखिया मुगलों ने भी असी इथों दे पातशाह ते तेरे बारे सुनिया तू परलोक दा पातशाह, आता नहीं यकीन तुम्हें दुनिया की चाह हो। पर तू आनंदपुर दा लालच करके कलगीधरा किला मल के बैठा है, निक्की जी मंग है, साध नूं लालच नहीं हुंदा, आनंदपुर क्यों नहीं छड़दा? एडा वड्डा तू दीन दुनिया दा पातशाह है। मेहने शुरू कर दिते भी शायद आनंदपुर दे किले दा लालच होवे। सतगुर के पास किस लिए फौजे सिपाहा हो। कहंदा तू पीर है, तू माड़ा फेरन वाला, तू देग वरताउण वाला, तू फौज की करनी है? छड़ फौज दा खेड़ा, छड़ किलियां दा खेड़ा। नानक के जानशीन हो क्यों हुब्बे जाहा हो। जेड़े फकीर दा तू जानशीन है ना, वो ते सोला कोल है, सारियां ना प्रेम करदा ते कलगीधरा किला मल के फौजी रख के क्यों तू वैर कमाउना? कलगीधर दा जवाब सुनियो, ये कहंदे ने संत नूं हथियार नहीं चुकना चाहिए, तू संत है, तू तलवार ना चुक। उथे महाराज जिक्र करते ने, बेवजह है हम तो खुद नहीं चाहते कि जंग हो, लड़ेंगे उससे लड़ने की जिसको उमंग हो। कलगीधर कहंदा भी ठीक है, साडा दिल नहीं करदा लड़िए, पर लड़ांगे उहदे नाल जेड़ा जान बुझ के सानू वंगारेगा। साडा घर है आनंदपुर ते तुसीं घर आके पए जे। साडा गुरु अर्जन, साडे पुरखे केवल संतगिरी तक सीमित रहे ने, माला फेरदे रहे ने। जान बुझ के तुसीं रस्ते दा रोड़ा बने जे, ठोकर से फेंक देंगे जो रस्ते में संग हो। पर जेड़ा रोड़ा साडे राह विच वार वार आवेगा, उन्होंने ठोकरां नाल खेड़ के रख देंगे। ठीक है, असीं संत हैं, असीं उन्ना चिर संथਿਆ करवाउणी है, बाणी पढ़नी है, माला फेरनी है, जिन्ना चिर तुसीं साडे राह दे रोड़े नहीं बनते। पर तुसीं मैनू ही गर्म समझ लिया, किते मेरे बाबे गुरु नानक दी बाणी पढ़ी हुंदी। कलगीधर सच्चे पातशाह कहंदे, किते मेरे बाबे नानक दी बाणी पढ़ी हुंदी, जिन्हों तुसीं कहंदे जे संत बड़ा वड्डा, पर वो एडा सिपाही सी। उन्हें सिख बनन तो पहला जदों ओदा कोई भी सिख नहीं सी ना, उस सच्चे पातशाह ने एक जिक्र किया सी, जे मेरे दर दे सिख बनना केवल बाबा दीप सिंह नूं नहीं भी सिर लवा दिओ, कल्ले कल्ले इंसान नूं एक आवाज दी सी गुरु नानक ने। कलगीधर कहंदा, मुगलो बाई धारियो तुसीं पढ़िया नहीं, साडे पातशाह ने एक शर्त रखी है, जो तो प्रेम खेलन का चाओ। जिन्हों कहंदे जे ना निरी माला फेरदा रहा, वो गुरु नानक कहंदा सी, जे तैनू मेरे नाल प्रेम है, जो तो प्रेम खेलन का चाओ, सिर धर तली गली मेरी आओ। सिखा जे मेरा सिख बनना ही ना, उदों हिंदू ने, मुसलमान वीर ने, सिंधी ने, बिहारी ने, सिख ते है नहीं सी कोई। गुरु नानक ने एक शर्त रख दी भी जे मेरे सिख बनना ते हो सकदा सिर तली ते रखना पवे। ये ना होवे भी तुसीं सिख बन जाओ प्रेम सहित जां गुमराह होके। जदों मेरे रस्ते ते चल पे एक गल याद रखियो, सिर धर तली गली मेरी आओ। इत मार्ग पैर तरीजै सिर दीजै,
ਕਾਣ ਨਾ ਕੀਜੈ, ਵੇਖੀ ਝੱਕ ਨਾ ਜਾਈ, ਕਾਣ ਨਾ ਕਰੀ, ਜਦੋਂ ਮੇਰੇ ਰਸਤੇ ਤੇ ਚੱਲ ਪਿਆ ਤੇ ਸਿਰ ਜਿਹੜਾ ਉਹ ਦੇਣਾ ਪਵੇਗਾ। ਇਹ ਸਾਰੇ ਸਿੱਖਾਂ ਲਈ ਸ਼ਰਤ ਹੈ। ਜਿਹੜਾ ਦੇ ਗਿਆ ਉਹਦੀ ਵਡਿਆਈ ਆ, ਜਿਹੜਾ ਦੌੜ ਗਿਆ ਉਹ ਡੋਗਰਾ ਬਣ ਗਿਆ, ਉਹ ਗਦਾਰ ਬਣ ਗਿਆ, ਉਹਨੂੰ ਕਈਆਂ ਜਨਮਾਂ ਤੱਕ ਲਾਹਨਤਾਂ ਨੇ। ਕਲਗੀਧਰ ਕਹਿੰਦਾ ਮੈਂ ਹੀ ਗਰਮ ਨਹੀਂ, ਸਾਡਾ ਬਾਪੂ ਪਹਿਲਾਂ ਹੀ ਇਹ ਸਿਖਾਉਂਦਾ ਰਿਹਾ। ਸਾਧ ਲੜਦਾ ਉਦੋਂ ਹੈ ਜਦੋਂ ਜਾਣ ਬੁੱਝ ਕੇ ਉਹਦੇ ਰਾਹ ਦਾ ਕੋਈ ਰੋੜਾ ਬਣਦਾ ਹੈ। ਅੱਲਾ ਯਾਰ ਖਾਂ ਕਹਿੰਦਾ ਮਸ਼ਹੂਰ ਹੈ ਕਿ ਪਾਏ ਗਧਾ ਲੰਗ ਵੀ ਨਹੀਂ, ਆਪਣੇ लिए खुदा की जमी तंग भी नहीं। ਤੁਹਾਡੀ ਜਗ੍ਹਾ ਦਾ ਲਾਲਚ ਨਹੀਂ, ਛੱਡ ਦਿਆਂਗੇ, ਅਨੰਦਪੁਰ ਵੀ ਛੱਡ ਕੇ ਚਲੇ ਜਾਵਾਂਗੇ। ਲੋਗੋਂ ਸੇ ਹਮਕੋ ਆਰਜ਼ੂਏ ਜੰਗ ਵੀ ਨਹੀਂ, ਸਾਨੂੰ ਚਾਹ ਨਹੀਂ ਤੁਹਾਡੇ ਨਾਲ ਲੜਨ ਦਾ, ਪਰ ਤੁਸੀਂ ਮਾਲਾ ਨੂੰ ਹੱਥ ਪਾਉਣੋਂ ਹਟਦੇ ਨਹੀਂ। ਅਸੀਂ ਤਲਵਾਰ ਹੁਣ ਚੁੱਕ ਲਈ ਐ। ਇਸੀ ਪਗਡੰਡੀ ਤੇ ਚੱਲਦਾ ਹੋਇਆ ਬਾਬਾ ਦੀਪ ਸਿੰਘ ਮੈਂ ਸਮਾਪਤੀ ਕਰਾਂ, ਜਿਹਦੀ ਉਮਰ 76-80 ਵਰਿਆਂ ਦੇ ਨੇੜੇ ਹੈ, ਜਿਨੇ ਬ੍ਰਹਮ ਦੀ ਅਵਸਥਾ ਪ੍ਰਾਪਤ ਕੀਤੀ, ਜਿਹੜਾ ਸੰਤ ਦੀ ਉਪਾਧੀ ਤੇ ਪਹੁੰਚਿਆ, ਉਹ ਮੌਤ ਦੇ ਅੱਗੇ ਖਲੋ ਜਾਂਦਾ ਭਾਵੇਂ 1.25 ਲੱਖ ਹੀ ਕਿਉਂ ਨਾ ਹੋਵੇ। ਤੇ ਜਿਨੇ ਮਨ ਨਹੀਂ ਜਿੱਤਿਆ, ਜਿਨੇ ਜਪਜੀ ਨਹੀਂ ਪੜ੍ਹੀ, ਉਹ 1.25 ਲੱਖ ਦਾ ਮੁਕਾਬਲਾ ਨਹੀਂ ਕਰ ਸਕਦਾ। ਬਾਣੀ ਤੇ ਬਾਣੇ ਦਾ ਧਾਰ ਨਹੀਂ ਹੋਇਆ, ਪਹਿਲਾਂ ਬਾਣੀ ਪੜ੍ਹੀ ਹੈ, ਬ੍ਰਹਮ ਦੀ ਅਵਸਥਾ ਹੋਈ, ਫਿਰ ਅੰਮ੍ਰਿਤ ਛਕਿਆ, ਫਿਰ ਜਦੋਂ ਕਿਰਪਾ ਹੋਈ ਕਲਗੀਧਰ ਦੀ 1.25 ਲੱਖ ਤੇ ਕੀ। ਬਚਿੱਤਰ ਸਿੰਘ ਕਹਿੰਦਾ ਬਾਬਾ ਹਾਥੀ ਦਾ ਸ਼ਿਕਾਰ ਖੇਡਣ ਲਈ ਕਹਿੰਦਾ ਤੇਰਾ ਹੁਕਮ ਹੋਵੇ ਤੇ ਇੰਦਰ ਦਾ ਐਰਾਵਤ ਢਾ ਲਵਾਂ। ਮਹਾਰਾਜ ਦੀ ਕਿਰਪਾ ਹੋ ਗਈ, ਦੋਵੇਂ ਖੰਭ ਮਿਲੇ ਜਦੋਂ ਬਾਬਾ ਦੀਪ ਸਿੰਘ ਨੂੰ। ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਥੀਤਾ, ਕੀੜਿਆਂ ਨੇ ਹਾਥੀਆਂ ਨੂੰ ਢਾ ਲਿਆ। 76 ਵਰਿਆਂ ਦਾ ਬੁੱਢਾ ਨਹੀਂ ਜੇ ਲੜ ਸਕਦਾ। ਇਹ ਕਲਗੀਧਰ ਦੀ ਕਿਰਪਾ ਹੀ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ, ਲੱਖ ਵੀ ਕੁਝ ਨਹੀਂ ਵਿਗਾੜ ਸਕਦੇ ਜੇ ਕਲਗੀਧਰ ਨਾਲ ਪ੍ਰੇਮ ਹੈ। ਜੇ ਉਹ ਵੱਲ ਹੈ, ਆਮੋ ਸਾਹਮਣੇ ਦੋਵੇਂ ਜਰਨੈਲ ਖਲੋ ਗਏ, ਸਾਂਝਾ ਵਾਰ ਹੋਇਆ। ਜਮਾਲ ਖਾਂ ਦੇ ਵਾਰ ਨਾਲ ਦੀਨ ਦੁਨੀਆ ਦੇ ਵਾਲੀ ਦੇ ਚਰਨਾਂ ਦੇ ਭੌਰੇ ਦਾ ਸਿਰ ਲੈ ਗਿਆ। ਇਹਦੇ ਖੰਡੇ ਦੇ ਨਾਲ ਇਤਿਹਾਸ ਗਵਾਹ, ਬਾਪੂ ਦੇ ਖੰਡੇ ਦੇ ਨਾਲ ਜਮਾਲੇ ਦਾ ਸਿਰ ਲੈ ਗਿਆ। ਤੇ ਜਿਹੜਾ ਨੇੜੇ ਖਲੋਤਾ ਸੀ ਨਾ ਨਾਥਾ ਸਿੰਘ, ਉਹ ਕਹਿੰਦਾ ਢਿਗਤੈ ਏਕ ਪੇਖ ਸਿੰਘ ਕਹਿਓ, ਪਰਨ ਤੁਹਾਰ ਦੀਪ ਸਿੰਘ ਰਹਿਓ। ਬਾਬਾ ਫੜਾਂ ਬੜੀਆਂ ਮਾਰੀਆਂ ਨੇ, ਅੱਜ ਤੱਕ ਕਹਿੰਦਾ ਸੀ ਮੌਤ ਨੂੰ ਕਿਸੇ ਨੇ ਨਹੀਂ ਜਿੱਤਿਆ, ਤੇ ਤੂੰ ਕਹਿੰਦਾ ਸੀ ਮੈਂ ਜਿੰਨਾ ਚਿਰ ਹਰਮੰਦਰ ਨਾ ਚਲਿਆ ਜਾਵਾਂ ਉਹਨਾਂ ਚਿਰ ਸਿਰ ਨਹੀਂ ਵਾਰਨਾ। ਤੇ ਬਾਬਾ ਤੇਰਾ ਤੇ ਪ੍ਰਣ ਝੂਠਾ ਪੈ ਗਿਆ ਈ। ਯਾਦ ਰੱਖੀ, ਸਿੱਖ ਦਾ ਪ੍ਰਣ ਗੁਰੂ ਨਾਨਕ ਕਦੇ ਵੀ ਝੂਠਾ ਨਹੀਂ ਪੈ ਜਾਂਦਾ, ਪੈਣ ਨਹੀਂ ਦੇ ਸਕਦਾ। ਔਰ ਦੂਜੀ ਗੱਲ ਦਾ ਮੈਂ ਜ਼ਿਕਰ ਕਰਦਿਆਂ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ। ਇਹ ਭਗਤਾਂ ਦਾ ਬਚਨ ਸੀ ਵੀ ਸਿਰ ਲੈ ਜਾਵੇ ਪਰ ਤੇਰੀਆਂ ਪ੍ਰਕਰਮਾਂ ਵਿੱਚ ਜਾਵਾਂਗਾ ਜ਼ਰੂਰ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਤੇ ਸਾਧਾਂ ਦੀ ਜ਼ੁਬਾਨ ਤੇ ਸਾਡਾ ਬਾਬਾ ਗੋਬਿੰਦ ਗੁਰੂ ਨਾਨਕ ਵਸਦਾ। ਹੁਣ ਬਚਨ ਨਹੀਂ ਸੀ ਝੂਠਾ ਹੋਣਾ। ਕਿਰਪਾ ਹੋਈ ਜਦੋਂ ਮਿਹਣਾ ਕੰਨਾਂ ਵਿੱਚ ਪਿਆ, ਇੱਕ ਹੱਥ ਵਿੱਚ 18 ਸੇਰ ਦਾ ਖੰਡਾ, ਜਿਹੜੀ ਉਮਰ ਪੋਤਰਿਆਂ ਨੂੰ ਖਿਡਾਉਂਦੀ ਹੈ, ਖੰਡਾ ਚੁੱਕ ਲਿਆ। ਇੱਕ ਹੱਥ ਦੇ ਵਿੱਚ ਸੀਸ ਹੈ। 30,000 ਮੁਗਲਾਂ ਦੀ ਫੌਜ ਹੈ। ਪੈਰ ਕੰਬ ਗਏ, ਦੌੜਨ ਲੱਗ ਪਏ। ਜਰਨੈਲਾਂ ਆਖਿਆ ਕੀ ਗੱਲ ਡਰਦੇ ਜੇ? ਮੁੱਠੀ ਭਰ ਸਿੱਖ ਨੇ ਕਹਿੰਦਾ ਜਰਨੈਲਾ ਗੱਲ ਸੁਣ। ਸਿਆਣੇ ਜੇ ਸਿਪਾਹੀ ਨੇ ਆਖਿਆ ਜਰਨੈਲਾ ਗੱਲ ਸੁਣ, ਤੁਹਾਡਾ ਹੁਕਮ ਹੈ ਸਿੱਖਾਂ ਨੂੰ ਲੋਥਾਂ ਵਿੱਚ ਤਬਦੀਲ ਕਰਨਾ, ਤੁਹਾਡਾ ਹੁਕਮ ਹੈ ਸਿੱਖਾਂ ਨੂੰ ਜੰਮ ਦੇ ਡੇਰੇ ਪਹੁੰਚਾਉਣਾ। ਤੇ ਜਰਨੈਲਾ ਇਹ ਤੇ ਲੋਥਾਂ ਉੱਠ ਉੱਠ ਕੇ ਲੜਦੀਆਂ ਨੇ, ਇਦੋਂ ਗਾਹ ਹੁਣ ਕੀ ਕਰੀਏ? ਦੌੜ ਗਏ, ਤ੍ਰਿਮ ਭ੍ਰਿਮ ਹੋ ਗਏ, ਖੁਰਾ ਖੋਜ ਮਿਟ ਗਿਆ। ਬਾਬੇ ਨੇ ਜਾ ਕੇ ਪ੍ਰਕਰਮਾਂ ਵਿੱਚ ਸੀਸ ਦੇ ਦਿੱਤਾ ਔਰ ਬਾਣੀ ਨੇ ਇੱਕ ਮੋਹਰ ਲਾ ਦਿੱਤੀ, ਦਾਗੇ ਹੋਏ ਸੋ ਰਣ ਮਹਿ ਜੂਝੈ। ਜਿਨ੍ਹਾਂ ਦੇ ਮੱਥੇ ਤੇ ਗੁਰੂ ਨਾਨਕ ਦਾ ਦਾਗ ਹੈ ਨਾ, ਨਿਸ਼ਾਨ ਹੈ, ਉਹ ਰਣ ਵਿੱਚ ਜੂਝਦੇ ਨੇ। ਜਿਹੜੇ ਸ਼ੇਰ ਦੀ ਸ਼ਰਨ ਆਏ ਨੇ ਉਹ ਸ਼ੇਰ ਬਣਦੇ ਨੇ। ਗਿੱਦੜਾਂ ਦਾ ਖਹਿੜਾ ਛੱਡੋ, ਭੂਤਾਂ ਪ੍ਰੇਤਾਂ ਪੱਥਰਾਂ ਦੀ ਪੂਜਾ ਛੱਡੋ, ਇਹਨਾਂ ਨੇ ਕੱਖ ਨਹੀਂ ਦੇਣਾ। ਸ਼ੇਰ ਦੀ ਸ਼ਰਨ ਆਓ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ।